ਕੱਤਕ ਸੁਦੀ ਦੂਜ ਸੰਮਤ 1765 ਨੂੰ ਸੱਚਖੰਡ ਅਬਚਲ ਸ਼੍ਰੀ ਹਜ਼ੂਰ ਸਾਹਿਬ ਦੀ ਧਰਤੀ ਤੇ ਮਰਦ ਅਗੰਮੜੇ ਸ਼ਮਸ਼ੀਰੇ ਬਹਾਦਰ ਬਾਦਸ਼ਾਹ ਦਰਵੇਸ਼ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ आप लोप तन करन दी अब कीनी त्यारी संगत किसके आसरे अब जिया विचारी। खालसे दी वेदना खालसे दी जाचना नू समझ के पातशाह जी ने पर उपकार कीते। आग्या भई अकाल की तभी चलायो पंथ सब सिखन को हुक्म है गुरु मान्यो ग्रंथ। साध संगत गुरु और ग्रंथ ਅੱਜ ਤੋਂ ਲਗਭਗ 3.5 ਸਦੀਆਂ ਪਹਿਲਾਂ ਇਹ ਨਿਵੇਕਲਾ ਕਾਰਜ ਹਜ਼ੂਰ ਸਾਹਿਬ ਦੀ ਧਰਤੀ ਤੇ ਹੋਇਆ ਕਿ ਪਹਿਲੀ ਵਾਰ ਇਹ ਸ੍ਰਿਸ਼ਟੀ ਦੇ ਵਿੱਚ ਗ੍ਰੰਥ ਗੁਰੂ ਰੂਪ ਹੋ ਕਰਕੇ ਪ੍ਰਗਟਿਆ। ਦੂਸਰਾ ਗੁਰੂ ਗ੍ਰੰਥ ਰੂਪ ਹੋ ਕਰਕੇ ਸੰਸਾਰ ਦੇ ਉੱਤੇ ਪ੍ਰਗਟ ਹੋਏ। ਪਹਿਲੀ ਮਰਜ਼ਾਦਾ ਵਿੱਚ ਗ੍ਰੰਥ ਵੱਖਰਾ ਸੰਕਲਪ ਸੀ, ਗੁਰੂ ਵੱਖਰਾ ਸੰਕਲਪ ਸੀ। ਗ੍ਰੰਥ ਵਿੱਚੋਂ ਗਿਆਨ ਦੀ ਪ੍ਰਾਪਤੀ ਤੇ ਗੁਰੂ ਉਪਦੇਸ਼ ਦਾ ਵਾਚਕ ਹੈ। ਪਰ 250 ਸਾਲ ਗੁਰੂ ਨਾਨਕ ਸਾਹਿਬ ਜੀ ਨੇ ਜਿਹੜਾ ਉਪਦੇਸ਼ ਦਿੱਤਾ, ਗੁਰੂ ਦਾ ਉਪਦੇਸ਼ ਹੀ ਗ੍ਰੰਥ ਦਾ ਰੂਪ ਧਾਰਨ ਕਰ ਗਿਆ। ਬੇਨਤੀ ਕਰਦੇ ਹਾਂ ਕਿ ਸੰਸਾਰ ਦੇ ਉੱਤੇ ਸਾਰੇ ਧਰਮਾਂ ਦੇ ਵੱਡੇ ਵੱਡੇ ਗ੍ਰੰਥ ਸਭ ਸਤਿਕਾਰਯੋਗ ਹਨ, ਜਿਹਦੇ ਵਿੱਚ ਰੱਬ ਦੀ ਗੱਲ ਹੈ, ਪਰ ਐਸਾ ਕੋਈ ਗ੍ਰੰਥ ਨਹੀਂ ਜਿਸ ਗ੍ਰੰਥ ਦਾ 250 ਸਾਲ ਦਾ ਸੈਕਰੀਫਾਈਸ ਰਿਹਾ ਹੋਵੇ ਇਸ ਦੁਨੀਆ ਤੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਪਹਿਲਾ ਦਿਨ ਉਹ ਸੀ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਸਾਹਿਬ ਜੀ ਨੇ ਪਹਿਲੀ ਵਾਰ ਕਲਮ ਔਰ ਦੀਵਾਤ ਚੁੱਕ ਕੇ ਪਾਵਨ ਅੰਮ੍ਰਿਤਮਈ ਮੂਲ ਮੰਤਰ ਦੀ ਬਾਣੀ ਦਾ ਉਚਾਰਨ ਕੀਤਾ। ਬਾਬੇ ਤਾਰੇ ਚਾਰ ਚੱਕ 9 ਖੰਡ ਪ੍ਰਿਥਵੀ ਸੱਚਾ ਢੋਆ, ਗੁਰੂ ਸਾਹਿਬ ਜੀ ਨੇ ਜਿਹਨੂੰ ਵੀ ਉਪਦੇਸ਼ ਦਿੱਤਾ ਬਾਣੀ ਦੇ ਸ਼ਬਦ ਉਚਾਰੇ, ਤੇ ਜਿਹੜਾ ਸ਼ਬਦ ਸੱਚੇ ਪਾਤਸ਼ਾਹ ਜੀ ਉਚਾਰ ਲੈਂਦੇ ਸਨ ਉਸ ਸ਼ਬਦ ਨੂੰ ਉਸੇ ਵਕਤ ਲਿਖਤ ਵਿੱਚ ਲੈ ਲੈਂਦੇ ਸਨ। ਕਦੇ ਇਸ ਕਿਰਿਆ ਨੂੰ ਤੱਕ ਕੇ ਭਾਈ ਲਾਲੋ ਜੀ ਨੇ ਜੇ ਸਵਾਲ ਕੀਤਾ, ਸਤਿਗੁਰੂ ਇਹ ਜੋ ਬਾਣੀ ਉਚਾਰਦੇ ਹੋ ਇਹ ਪਹਿਲਾਂ ਬਣਾਉਂਦੇ ਹੋ? ਕਿਉਂਕਿ ਕਵੀ ਦੀ ਮਰਜ਼ਾਦਾ ਹੈ, ਕਵੀ ਐਸਾ ਨਹੀਂ ਕਿ ਸਿੱਧਾ ਹੀ ਮਾਈਕ ਤੇ ਆ ਕੇ ਕਵਿਤਾ ਸੁਣਾਉਣ ਲੱਗ ਜਾਂਦਾ, ਉਹਨੂੰ ਪਹਿਲਾਂ ਕਵਿਤਾ ਦੀ ਛੰਦਾਬੰਦੀ ਪਿੰਗਲ ਦੇ ਆਧਾਰ ਤੇ ਉਹਦੀ ਸੰਪੂਰਨਤਾ ਔਰ ਉਹਦੀ ਮੁਕੰਮਲਤਾ ਕਰਨੀ ਪੈਂਦੀ ਹੈ। ਤੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਜਵਾਬ ਦਿੱਤਾ, ਨਹੀਂ ਵੀ ਲਾਲੋ, ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਇਹ ਖਸਮ ਦੀ ਬਾਣੀ ਹੈ, ਧੁਰ ਕੀ ਬਾਣੀ ਆਈ ਤਿਨ ਸਗਲੀ ਜਿੰਦ ਮਿਟਾਈ। ਕਾਗਜ਼ ਦੇ ਟੁਕੜੇ ਤੇ ਮੂਲ ਮੰਤਰ ਦੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਸੰਸਾਰ ਤੇ ਪ੍ਰਗਟ ਰੂਪ ਹੈ। ਫਿਰ ਸੱਚੇ ਪਾਤਸ਼ਾਹ ਦੀ ਸ਼ਬਦਾਂ ਦੀ ਗਿਣਤੀ ਵੱਧਦੀ ਗਈ, ਇੱਕ ਕਾਪੀ ਦਾ ਸੰਗ੍ਰਹਿ ਬਣਿਆ। ਹੌਲੀ ਹੌਲੀ ਜਿਸ ਵਕਤ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਗੁਰੂ ਨਾਨਕ ਸਾਹਿਬ ਜੋਤੀ ਜੋਤ ਸਮਾਉਣ ਲੱਗੇ ਤਾਂ ਸਾਧ ਸੰਗਤ ਉਸ ਵਕਤ ਤੱਕ ਇੱਕ ਪੋਥੀ ਅੰਮ੍ਰਿਤਮਈ ਬਾਣੀ ਦੇ ਸ਼ਬਦਾਂ ਦੀ ਤਿਆਰ ਹੋ ਚੁੱਕੀ ਸੀ। ਸੱਚੇ ਪਾਤਸ਼ਾਹ ਜੀ ਨੇ ਅੰਗ ਪਰਸ ਕੇ ਅੰਗਦ ਹੋਇਆ, ਜਿਉਂ ਦੀਵੇ ਤੋਂ ਦੀਵਾ। ਗੁਰੂ ਅੰਗਦ ਸਾਹਿਬ ਜੀ ਨੂੰ ਗੁਰਤਾ ਗੱਦੀ ਦਾ ਤਖਤ ਦਿੱਤਾ ਤੇ ਨਾਲ ਕਿਹਾ ਸੀ ਕਿ ਲੈਣਾ ਜੀ, ਇਸ ਗੁਰਤਾ ਗੱਦੀ ਦੀ ਸਭ ਤੋਂ ਅਮੋਲਕ ਦਾਤ ਜਿਹਨੂੰ ਤੁਸੀਂ ਆਪਣੇ ਪ੍ਰਾਣਾਂ ਤੋਂ ਵੀ ਪਿਆਰਾ ਰੱਖਣਾ ਹੈ ਤਾਂ ਇਹ ਗੁਰਬਾਣੀ ਦੀ ਇਹ ਪਾਵਨ ਪੋਥੀ ਹੈ, ਇਹ ਖਜ਼ਾਨਾ ਸਾਂਭ ਕੇ ਰੱਖਣਾ ਹੈ। ਇਸੇ ਤਰ੍ਹਾਂ ਦੂਸਰੇ ਪਾਤਸ਼ਾਹ ਜੀ ਨੇ ਬਾਣੀ ਉਚਾਰੀ, ਤੀਸਰੇ ਪਾਤਸ਼ਾਹ ਜੀ ਨੇ ਉਚਾਰੀ, ਚੌਥੇ ਪਾਤਸ਼ਾਹ ਜੀ ਨੇ ਉਚਾਰੀ।
4 ਗੁਰੂ ਸਾਹਿਬਾਨਾਂ ਦੀਆਂ ਬਾਣੀਆਂ ਦੀਆਂ ਉਹ ਪਾਵਨ ਪੋਥੀਆਂ ਜਿਹੜੀਆਂ ਬਾਬਾ ਮੋਹਨ ਜੀ ਕੋਲੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਲੈ ਕੇ ਆਏ। ਇਤਿਹਾਸ ਆਪਾਂ ਸੁਣਿਆ। ਜਿਸ ਵਕਤ ਇਹ ਪੋਥੀਆਂ ਸਤਿਗੁਰੂ ਜੀ ਅੰਮ੍ਰਿਤਸਰ ਸਾਹਿਬ ਨੂੰ ਪੋਥੀ ਸਾਹਿਬ ਲੈ ਕੇ ਤੁਰਨ ਦੀ ਤਿਆਰੀ ਸੀ, ਬਾਬਾ ਮੋਹਨ ਜੀ ਨਾਲ ਸੰਵਾਦ ਹੋਇਆ। ਗੁਰ ਇਤਿਹਾਸ ਦੇ ਵਿੱਚ ਉਹਦਾ ਜ਼ਿਕਰ ਹੈ। ਸੱਚੇ ਪਾਤਸ਼ਾਹ ਜੀ ਨੇ ਕਿਹਾ, ਗੁਰੂ ਕੇ ਸਿੱਖੋ ਪਾਲਕੀ ਤਿਆਰ ਕਰ ਲਈ ਜਾਏ। ਸਿੱਖਾਂ ਨੇ 2 ਪਾਲਕੀਆਂ ਤਿਆਰ ਕੀਤੀਆਂ। ਪੰਚਮ ਪਾਤਸ਼ਾਹ ਜੀ ਨੇ ਪੁੱਛਿਆ ਕਿ 2 ਪਾਲਕੀਆਂ ਕਿਸ ਲਈ? ਕਹਿੰਦੇ ਮਹਾਰਾਜ ਸਾਹਿਬ, ਇੱਕ ਪਾਲਕੀ ਦੇ ਵਿੱਚ ਪੋਥੀ ਸਾਹਿਬ ਹੋਏਗੀ, ਦੂਸਰੀ ਪਾਲਕੀ ਵਿੱਚ ਆਪ ਸੁਸ਼ੋਭਿਤ ਹੋਵੋਗੇ। ਇਤਿਹਾਸ ਦੇ ਪੰਨਿਆਂ ਤੇ ਪੰਚਮ ਪਾਤਸ਼ਾਹ ਜੀ ਨੇ ਕਿਹਾ ਸੀ, ਗੁਰਸਿੱਖੋ, ਗੁਰਬਾਣੀ ਗੁਰੂ ਨਾਨਕ ਦਾ ਹਿਰਦਾ ਹੈ, ਦੇਹ ਦੀ ਤੁਲਨਾ ਹਿਰਦੇ ਨਾਲ ਨਹੀਂ ਕੀਤੀ ਜਾ ਸਕਦੀ। ਬਿਨਾਂ ਜੋੜੇ ਤੋਂ ਪੰਚਮ ਪਾਤਸ਼ਾਹ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੱਕ ਗੁਰਬਾਣੀ ਦੇ ਸਤਿਕਾਰ ਲਈ ਨੰਗੇ ਚਰਨੀ ਪਾਤਸ਼ਾਹ ਜੀ ਨੇ ਇਹ ਸਫ਼ਰ ਤੈਅ ਕੀਤਾ। ਰਾਮਸਰ ਸਾਹਿਬ ਵਾਲੀ ਜਗ੍ਹਾ ਤੇ ਭਾਈ ਗੁਰਦਾਸ ਜੀ ਨੂੰ ਲਿਖਾਰੀ ਲਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਤਿਆਰ ਕੀਤਾ ਔਰ ਹਰਮੰਦਰ ਸਾਹਿਬ ਦੇ ਅੰਦਰ ਪਹਿਲਾ ਪ੍ਰਕਾਸ਼ ਭਾਦਰੋਂ ਸੁਦੀ ਏਕਮ ਸੰਮਤ 1661 ਨੂੰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਰਦੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਮੂਲ ਮੰਤਰ ਦੇ ਰੂਪ ਵਿੱਚ ਗੁਰੂ ਨਾਨਕ ਦੀ ਰਸਨਾ ਤੋਂ ਸੰਸਾਰ ਦੇ ਉੱਤੇ ਪ੍ਰਗਟ ਹੁੰਦੇ ਨੇ। ਹਰਮੰਦਰ ਸਾਹਿਬ ਦੇ ਅੰਦਰ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸਾਹਿਬ ਜੀ ਦੀ ਘਾਲਣਾ ਤੋਂ ਬਾਅਦ ਸਤਿਗੁਰੂ ਜੀ ਪ੍ਰਕਾਸ਼ ਹੁੰਦੇ ਨੇ। ਪਰ ਲਗਭਗ 2.5 ਸਦੀਆਂ ਦੇ ਕਰੀਬ ਸਮੇਂ ਤੋਂ ਬਾਅਦ ਹਜੂਰ ਸਾਹਿਬ ਦੀ ਧਰਤੀ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਰੂਪ ਹੋ ਕਰਕੇ ਗੁਰਤਾ ਗੱਦੀ ਦੇ ਤਖਤ ਤੇ ਸਤਿਗੁਰੂ ਸੁਭਾਏਮਾਨ ਹੁੰਦੇ ਨੇ। ਐਸੇ ਗੁਰ ਕੋ ਬਲ ਬਲ ਜਾਈਐ, ਆਪ ਮੁਕਤ ਮੋਹਿ ਤਾਰੇ। ਉਸ ਵਕਤ ਦਸਮ ਪਾਤਸ਼ਾਹ ਜੀ ਨੇ ਇੱਕ ਬਚਨ ਕਿਹਾ ਸੀ ਕਿ ਗੁਰੂ ਕੇ ਸਿੱਖੋ, ਅੱਜ ਤੋਂ ਬਾਅਦ ਜਦੋਂ ਤੁਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰੋਗੇ, ਸਿੱਖਾਂ ਨੇ ਕਿਹਾ ਸੀ ਸਤਿਗੁਰੂ ਜਦੋਂ ਬਚਨ ਕਰਨੇ ਹੋਣ, ਜੋ ਮੁਝ ਬਚਨ ਕਰਨ ਕੀ ਚਾਹ ਹੈ, ਪੜ੍ਹੈ ਗ੍ਰੰਥ ਸੁਣੈ ਚਿਤ ਲਾਹੈ। ਗੁਰੂ ਗ੍ਰੰਥ ਕਲਯੁਗ ਪਇਓ ਸੰਸਾਰ ਦੇ ਉੱਤੇ ਪ੍ਰਗਟ ਹੋਏ ਤਾਂ ਮਹਾਰਾਜ ਸਾਹਿਬ ਕਹਿਣ ਲੱਗੇ, ਗੁਰੂ ਕੇ ਸਿੱਖੋ, ਅੱਜ ਮੈਂ 10ਵੇਂ ਜਾਮੇ ਵਿੱਚ ਤੁਹਾਡੇ ਸਨਮੁਖ ਹਾਂ। ਅੱਜ ਜਦੋਂ ਤੁਸੀਂ ਮੈਨੂੰ ਮੱਥਾ ਟੇਕਦੇ ਹੋ, ਨਮਸਕਾਰ ਕਰਦੇ ਹੋ, ਤਾਂ ਇਹ ਸਮਝ ਕੇ ਕਰਦੇ ਹੋ ਕਿ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਨਮਸਕਾਰ ਕਰ ਰਹੇ ਹਾਂ। ਕਹਿੰਦੇ ਗੁਰੂ ਕੇ ਸਿੱਖੋ, ਤੁਹਾਨੂੰ ਐਸੇ ਗੁਰੂ ਦੇ ਲੜ ਲਾ ਕੇ ਜਾ ਰਹੇ ਹਾਂ। ਜਦੋਂ ਵੀ ਸਿੱਖ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਨਮਸਕਾਰ ਕਰੇਗਾ, ਕਹਿੰਦੇ ਸੱਚ ਜਾਣ ਕੇ ਉਸ ਵਕਤ ਤੁਹਾਡੀ ਨਮਸਕਾਰ 10 ਗੁਰੂ ਸਾਹਿਬਾਨਾਂ ਨੂੰ ਹੋਵੇਗੀ। ਇਹ ਸਾਨੂੰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਹੁਕਮ ਕੀਤਾ। ਅਕਸਰ ਸਿੰਘ ਸਾਹਿਬ ਤੋਂ ਆਪ ਜੀ ਨੇ ਹੁਣ ਬਚਨ ਸੁਣਨੇ ਨੇ। ਉਹ ਬਚਨ ਸੁਣਦੇ ਹੋ ਕਿ ਆਤਮਾ ਗ੍ਰੰਥ ਤੇ ਪ੍ਰਾਣ ਪੰਥ 5 ਸਿੰਘਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਤਾਬਿਆ ਖੜੇ ਕੀਤਾ ਤੇ ਗੁਰਤਾ ਗੱਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਦੇ ਕੇ ਇਹ ਬਚਨ ਕੀਤਾ ਕਿ ਪ੍ਰਾਣ ਰੂਪ ਹੋ ਕਰਕੇ ਮੈਂ ਜਦੋਂ ਤੁਹਾਨੂੰ ਅੰਮ੍ਰਿਤ ਦੀ ਦਾਤ ਖੰਡੇ ਬਾਟੇ ਦੀ ਪਹੁਲ ਦਿਆਂਗਾ, ਉਸ ਸਮੇਂ ਮੈਂ 5 ਪਿਆਰਿਆਂ ਦੇ ਵਿੱਚ ਮੇਰਾ ਸਰੂਪ ਜਿਹੜਾ ਹੈ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਕਹਿੰਦੇ ਤੁਸੀਂ ਦਰਸ਼ਨ ਕਰੋਗੇ। ਆਤਮਾ ਰੂਪ ਹੋ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਮੈਂ ਸਦਾ ਹੀ ਗੁਰਤਾ ਗੱਦੀ ਦੇ ਤਖਤ ਤੇ ਤੁਸੀਂ ਸਤਿਗੁਰੂ ਜੀ ਨੂੰ ਪ੍ਰਕਾਸ਼ਵਾਨ ਤੇ ਸੱਚੇ ਪਾਤਸ਼ਾਹ ਦੇ ਅੱਗੇ ਨਮਸਕਾਰ ਕਰੋਗੇ। ਸਮਾਪਤੀ ਕਰਾਂ। ਸਾਧ ਸੰਗਤ, ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਤਾਂ ਜ਼ਿੰਦਗੀ 42 ਸਾਲ ਦੇ ਕਰੀਬ ਉਮਰ ਪੂਰੀ ਨਹੀਂ, ਦਿਨ ਘੱਟ ਹਨ ਇਤਿਹਾਸ ਦੇ ਪੰਨਿਆਂ ਤੇ। ਇਹ ਸੰਸਾਰ ਦਾ ਇਤਿਹਾਸ ਕਹਿੰਦਾ ਕਿ ਕਲਗੀਧਰ ਪਾਤਸ਼ਾਹ ਦੇ ਖਾਨਦਾਨ ਦੇ ਪਾਵਨ ਸੀਸ ਕੱਟੇ ਗਏ, ਪਰ ਇਹ ਸਿਰ, ਇਹ ਸੀਸ ਕਿਸੇ ਦੇ ਅੱਗੇ ਝੁਕਿਆ ਨਹੀਂ।
ਇਹ ਗੜੀ ਚਮਕੌਰ ਦੀ ਗਵਾਹੀ ਹੈ, ਇਹ ਫਤਿਹਗੜ੍ਹ ਸਾਹਿਬ ਦੀਆਂ ਪਾਵਨ ਦੀਵਾਰਾਂ ਦੀ ਗਵਾਹੀ ਹੈ। ਗੜੀ ਚਮਕੌਰ ਅਤੇ ਫਤਿਹਗੜ੍ਹ ਸਾਹਿਬ ਦੀਆਂ ਕੰਧਾਂ ਦੇ ਅੱਗੇ ਜਦ ਸਿੱਖ ਜਾ ਕੇ ਦਰਸ਼ਨ ਕਰਦਾ ਹੈ, ਉੱਥੋਂ ਇੱਕ ਆਵਾਜ਼ ਆਉਂਦੀ ਹੈ ਕਿ ਇਹ ਉਹ ਜਗ੍ਹਾ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਲਹੂ ਦੀ ਤਾਸੀਰ ਬੋਲੀ ਕਿ ਦਸਮ ਪਾਤਸ਼ਾਹ ਦੇ ਸਿਰ ਕੱਟੇ ਗਏ, ਸੀਸ ਕੱਟੇ ਗਏ, ਪਰ ਝੁਕੇ ਨਹੀਂ ਕਿਸੇ ਦੇ ਅੱਗੇ। ਤੋ ਖਾਲਸਾ ਜੀ ਸਾਰੀ ਜ਼ਿੰਦਗੀ ਜੰਗਾਂ ਲੜੀਆਂ, ਯੁੱਧਾਂ ਲੜੀਆਂ, ਸੰਘਰਸ਼ ਕੀਤਾ ਖਾਲਸੇ ਲਈ, ਪਰ ਪਾਤਸ਼ਾਹ ਨੇ ਆਪਣਾ ਅੱਗੇ ਨਹੀਂ ਝੁਕਾਇਆ। ਤੇ ਜੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਆਪਣਾ ਸੀਸ ਕਿਸੇ ਦੇ ਅੱਗੇ ਝੁਕਾਇਆ ਤਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਝੁਕਾਇਆ ਹੈ। ਇਹ ਨਮਸਕਾਰ ਗੁਰੂ ਗ੍ਰੰਥ ਸਾਹਿਬ ਨੂੰ ਕੀਤੀ। ਤੇ ਜਿਸ ਦਾਤੇ ਦੇ, ਜਿਸ ਗੁਰੂ ਦੇ ਅੱਗੇ ਦਸਮ ਪਾਤਸ਼ਾਹ ਜੀ ਨੇ ਆਪਣਾ ਸੀਸ ਨਿਵਾ ਦਿੱਤਾ, ਤੇ ਸਾਨੂੰ ਇਸ ਗੱਲ ਦਾ ਅਹਿਸਾਸ ਹੋਣਾ ਚਾਹੀਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਇਹ ਸੰਸਾਰ ਦੇ ਉੱਤੇ ਕਿਸ ਅਜ਼ਮਤ ਦੇ ਮਾਲਕ ਹਨ, ਕਿਸ ਰੁਤਬੇ ਦੇ ਮਾਲਕ ਹਨ। ਗੁਰੂ ਵਿਚਾਰਾ ਕਿਆ ਕਰੇ ਜੋ ਸਿੱਖਾ ਮੈਂ ਚੂਕ, ਫਿਰ ਬਾਣੀ ਨੇ ਕਹਿ ਦਿੱਤਾ। ਇਸੇ ਕਰਕੇ ਭੱਟਾਂ ਨੇ ਬਾਰ-ਬਾਰ ਚੀਕ ਚੀਕ ਕੇ ਸਾਨੂੰ ਬਾਣੀ ਦੇ ਅੰਦਰ ਉਪਦੇਸ਼ ਦਿੱਤਾ ਹੈ, ਗੁਰੂ ਗੁਰੂ ਗੁਰ ਕਰ ਮਨ ਮੇਰੇ, ਤਾਰਨ ਤਰਨ ਸਮੱਥ ਕਲਯੁਗ, ਸੁਨਤ ਸਮਾਦ ਸ਼ਬਦ ਜਿਸ ਕੇਰੇ, ਖੁਨ ਦੂਖਨ ਨਾਸ ਸੁਖਦਾਇਕ ਸੂਰੋ, ਜੋ ਧਰਤ ਧਿਆਨ ਬਸਤ ਤਿਹ ਨੇਰੇ, ਪੂਰੋ ਪੁਰਖ ਹਿਰਦੈ ਹਰ ਸਿਮਰਤ, ਮੁਖ ਦੇਖਤ ਅਗ ਜਾਹੇ ਪ੍ਰੇਰੇ, ਜੋ ਹਰ ਬੁੱਧ ਰਿੱਧ ਸਿਧ ਚਾਹਤ, ਗੁਰੂ ਗੁਰੂ ਗੁਰ ਕਰ ਮਨ ਮੇਰੇ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨ ਆਵੈ, ਗੁਰ ਬਿਨ ਸੁਰਤ ਨ ਸਿੱਧ, ਗੁਰੂ ਬਿਨ ਮੁਕਤ ਨ ਪਾਵੈ, ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਸੁਪੰਨ, ਅਗਨ ਕਟਹਿ ਸਭ ਤੇਰੇ। ਕਦੇ ਗੁਰੂ ਨੂੰ ਸਨਮੁਖ ਹੋ ਕੇ ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ, ਜਿਸ ਦੇਖ ਚਰਨ ਅਗਨ ਹਰਿਓ, ਨਿਸਬਾਸਰ ਏਕ ਸਮਾਨ ਧਿਆਨ, ਸੋ ਨਾਮ ਸੁਨੇ ਸੁਤ ਭਾਨ ਡਰਿਓ, ਭਨ ਦਾਸ ਸੋ ਆਸ ਜਗਤਰ ਗੁਰੂ ਕੀ, ਪਾਰਸ ਭੇਟ ਪਰਸ ਕਰਿਓ, ਰਾਮਦਾਸ ਗੁਰੂ ਹਰ ਸਤ ਕੀਓ, ਸਮਰੱਥ ਗੁਰੂ ਸਿਰ ਹੱਥ ਧਰਿਓ। ਗੁਰੂ ਦੀ ਸ਼ਕਤੀ ਨੂੰ ਵੇਖ ਕੇ ਇਹ ਗੱਲ ਕਹੀ ਗਈ ਗੁਰਬਾਣੀ ਦੇ ਅੰਦਰ, ਅਬ ਰਾਖੋ ਦਾਸ ਭਾਟ ਕੀ ਲਾਜ, ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ, ਹਰ ਨਾਕ ਸੁਫਾਰੇ ਕਰ ਆਜ। ਫੁਨ ਦ੍ਰੋਪਤੀ ਲਾਜ ਰੱਖੀ ਹਰ ਪ੍ਰਭ ਜੀ, ਛੀਨਤ ਬਸਤਰ ਦੀਨ ਬਹੁ ਸਾਜ, ਸੋਦਾਮਾ ਅਬਦਾ ਤੇ ਰਾਖਿਆ, ਗਨਕਾ ਪਰਤ ਪੂਰੇ ਤਹਿ ਕਾਜ। ਇਹ ਕਿਉਂ ਕਿਹਾ? ਇਹ ਸਾਡੇ ਲਈ ਕਿਹਾ ਕਿ ਗੁਰੂ ਕੇ ਸਿੱਖੋ, ਇਹ ਉਹ ਗੁਰੂ ਹੈ ਜਿਨੇ ਸਦੀਆਂ ਵਿੱਚ ਇਉਂ ਪੱਤ ਬਚਾਈ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹੋ ਬਿਰਧ ਸੁਆਮੀ ਸੰਦਾ।